सत श्री अकाल जी सारिਆਂ ਨੂੰ। मैं डॉक्टर जसप्रीत सिंह भुल्लर फिजियोथैरेपिस्ट। स्वागत है ਤੁਹਾਡਾ डॉक्टर जस फिटनेस चैनल ਦੇ ਉੱਤੇ। ਅੱਜ ਆਪਾਂ ਜਿਸ ਟੌਪਿਕ ਤੇ ਗੱਲ ਕਰਾਂਗੇ ਬਹੁਤ ਹੀ ਕਾਮਨ ਟੌਪਿਕ ਹੈ। ਇਹ ਬਿਮਾਰੀ ਅੱਜ ਕੱਲ੍ਹ ਕਾफ़ੀ ਲੋਕਾਂ ਨੂੰ ਹੈ ਤੇ ਇਸ ਬਿਮਾਰੀ ਦਾ ਹੱਲ ਕਈ ਲੋਕਾਂ ਦਾ ਹੋ ਚੁੱਕਿਆ ਹੈ ਐਕਸਰਸਾਈਜ਼ ਦੇ ਨਾਲ, ਸਹੀ ਖਾਣੇ ਪੀਣੇ ਦੇ ਨਾਲ। ਅੱਜ ਆਪਾਂ ਗੱਲ ਕਰਨੀ ਹੈ ਡਿਪਰੈਸ਼ਨ ਬਾਰੇ। ਡਿਪਰੈਸ਼ਨ ਕੀ ਹੈ, ਇਹ ਕਿਵੇਂ ਹੁੰਦਾ ਹੈ, ਕਿਉਂ ਹੁੰਦਾ ਹੈ, ਇਹਦੇ ਹੋਣ ਦੇ ਪਿੱਛੇ ਕਾਰਨ ਕੀ ਹੈ ਤੇ ਇਹਨੂੰ ਕਿਵੇਂ ਠੀਕ ਕਰ ਸਕਦੇ ਹਾਂ, ਇਹਦੇ ਲੱਛਣ ਕੀ ਹੈ, ਕਿਵੇਂ ਪਤਾ ਲੱਗਦਾ ਹੈ ਕਿ ਡਿਪਰੈਸ਼ਨ ਹੈ ਜਾਂ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪਤਾ ਕਿਵੇਂ ਲੱਗੂਗਾ ਕਿ ਡਿਪਰੈਸ਼ਨ ਹੈ ਜਾਂ ਨਹੀਂ ਹੈ। ਦੇਖੋ, ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਇਮੋਸ਼ਨ ਹੁੰਦੇ ਨੇ ਜ਼ਿਆਦਾਤਰ, ਇੱਕ ਖੁਸ਼ੀ ਵਾਲਾ, ਇੱਕ ਗਮੀ ਵਾਲਾ। ਦੋਨਾਂ ਦੇ ਬੈਲੈਂਸ ਨਾਲ ਹੀ ਜ਼ਿੰਦਗੀ ਚੱਲਦੀ ਹੈ ਤੇ ਇਹ ਨੈਚੁਰਲ ਹੈ ਕਿ ਆਪਾਂ ਕਿਸੇ ਗੱਲ ਤੋਂ ਦੁਖੀ ਹੁੰਦੇ ਹਾਂ, ਪਰ ਜਦੋਂ ਆਪਾਂ ਨੂੰ ਕੋਈ ਚੰਗੀ ਗੱਲ ਸੁਣਨ ਨੂੰ ਮਿਲਦੀ ਹੈ, ਚੰਗਾ ਕੰਮ ਹੁੰਦਾ, ਉਦੋਂ ਆਪਾਂ ਵਾਪਸ ਨੋਰਮਲ ਮੂਡ ਦੇ ਵਿੱਚ ਨੋਰਮਲ खुश हो जाते हैं। डिप्रैशन ਦੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਇਨਸਾਨ ਦੁਖੀ ਹੁੰਦਾ ਹੈ ਪਰ ਜਦੋਂ ਉਸ ਨੂੰ ਕੋਈ ਚੰਗੀ ਖਬਰ ਸੁਣਨ ਨੂੰ ਮਿਲਦੀ ਹੈ ਜਾਂ ਕੋਈ ਚੰਗਾ ਕੰਮ ਹੁੰਦਾ ਉਸ ਦਾ, ਤਾਂ ਫਿਰ ਵੀ ਉਸ ਦੇ ਬਾਵਜੂਦ ਉਹ ਖੁਸ਼ ਨਹੀਂ ਹੁੰਦਾ, ਉਸ ਦਾ ਮੂਡ ਉਵੇਂ ਹੀ ਦੁਖੀ ਬਣਿਆ ਰਹਿੰਦਾ ਹੈ। ਮਤਲਬ ਕਿ ਲੰਬੇ ਸਮੇਂ ਲਈ ਦੁਖੀ ਮੂਡ, ਸੈਡ ਮੂਡ ਹੋਣਾ, ਇਹ ਵੀ ਇੱਕ ਡਿਪਰੈਸ਼ਨ ਦਾ ਸਿੰਪਟਮ ਹੈ। ਡਿਪਰੈਸ਼ਨ ਦੇ ਸਾਰੇ ਜੋ ਲੱਛਣ ਨੇਗੇ ਉਹ ਇੱਕ ਦੂਸਰੇ ਨਾਲ ਜੁੜੇ ਹੁੰਦੇ ਨੇਗੇ। ਉੱਪਰੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਬਾਡੀ ਦੇ ਵਿੱਚ ਜੋ ਵੀ ਚੱਲ ਰਿਹਾ ਹੁੰਦਾ ਗਾ ਉਹ ਸਾਰਾ ਇੱਕ ਦੂਸਰੇ ਨਾਲ ਲਿੰਕ ਹੁੰਦਾ ਗਾ। ਜਿਵੇਂ ਹੁਣ ਆਪਾਂ ਗੱਲ ਕਰਕੇ ਹਟੇ ਹਾਂ ਕਿ ਮੂਡ ਸੈਡ ਰਹਿੰਦਾ ਹੈ, ਤਾਂ ਮੂਡ ਸੈਡ ਰਹਿਣ ਦੇ ਨਾਲ ਕਿਸੇ ਕੰਮ ਦੇ ਵਿੱਚ ਵੀ ਚੰਗੀ ਤਰ੍ਹਾਂ ਮਨ ਨਹੀਂ ਲੱਗਦਾ। ਇਹ ਅਗਰ ਥੋੜ੍ਹੇ ਟਾਈਮ ਲਈ ਹੈ, ਟੈਂਪਰੇਰੀ ਹੈ, ਫਿਰ ਕੋਈ ਦਿੱਕਤ ਨਹੀਂ ਹੁੰਦੀ, ਉਹ ਨੋਰਮਲ ਹੈ, ਕਿਸੇ ਨੂੰ ਵੀ ਹੋ ਸਕਦਾ। ਪਰ ਜੇ 2-3-4 ਹਫ਼ਤਿਆਂ ਤੋਂ ਲਗਾਤਾਰ ਇੱਦਾਂ ਦਾ ਚੱਲ ਰਿਹਾ ਹੈਗਾ ਬਿਨਾਂ ਕਿਸੇ ਨਾਗੇ ਤੋਂ, ਹਰ ਰੋਜ਼ ਹੀ ਇੱਦਾਂ ਚੱਲ ਰਿਹਾ, ਤਾਂ ਫਿਰ ਉਹ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਨੇ। ਅਗਰ ਤੁਹਾਡਾ ਕੰਮ ਦੇ ਵਿੱਚ ਇੰਟਰਸਟ ਜਾਂ ਕਿਸੇ ਵੀ ਕੋਈ ਐਕਟੀਵਿਟੀ ਦੇ ਵਿੱਚ ਇੰਟਰਸਟ ਨਹੀਂ ਹੈ ਜਾਂ ਇੰਟਰਸਟ ਨਹੀਂ ਜਾਗ ਰਿਹਾ, ਤਾਂ ਇਹ ਇੱਕ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਹੈ। ਜਿਵੇਂ ਆਪਾਂ ਸੁਣਦੇ ਹਾਂ ਕਿ ਜੋ ਬੰਦਾ ਹੱਸਦਾ ਖੇਡਦਾ ਰਹਿੰਦਾ ਹੈ ਉਹਦਾ ਖੂਨ ਬਣਦਾ ਹੈ। ਆਪਾਂ ਪੰਜਾਬੀ 'ਚ ਆਮ ਹੀ ਸੁਣਦੇ ਹਾਂ ਕਿ ਇਹ ਅੱਜ ਬਹੁਤ ਹੱਸਿਆ, ਇਹਨੇ ਅੱਜ ਬਹੁਤ ਖੂਨ ਵਧਾਇਆ। ਉਸ ਦਾ ਮਤਲਬ ਕਾਫੀ ਡੂੰਘਾ ਹੈ ਅਗਰ ਆਪਾਂ ਸਮਝੀਏ, ਕਿਉਂਕਿ ਦੇਖੋ ਜਿਵੇਂ ਆਪਾਂ ਮੂਡ ਦੀ ਗੱਲ ਕਰੀਏ, ਸੈਡ ਮੂਡ ਅਤੇ ਹੈਪੀ ਮੂਡ। ਸੈਡ ਮੂਡ ਦੇ ਵਿੱਚ ਜਦੋਂ ਵੀ ਸੈਡ ਮੂਡ ਹੋਊਗਾ ਬਾਡੀ ਦਾ, ਉਦੋਂ ਕੁਛ ਨਾ ਕੁਛ ਬਾਡੀ ਦੇ ਅੰਦਰ ਇੱਦਾਂ ਦੇ ਕੈਮੀਕਲਸ ਰਿਲੀਜ਼ ਹੋਣੇ ਸ਼ੁਰੂ ਹੋ ਜਾਂਦੇ ਨੇ, ਇੱਦਾਂ ਦੇ ਹਾਰਮੋਨ ਅਪ ਹੋਣੇ ਸ਼ੁਰੂ ਹੋ ਜਾਂਦੇ ਨੇਗੇ ਜਿਹੜੇ ਤੁਹਾਡੇ ਫਿਜ਼ੀਕਲ ਹੈਲਥ ਦੇ ਉੱਤੇ ਵੀ ਇਫੈਕਟ ਪਾਉਂਦੇ ਨੇਗੇ। ਮਤਲਬ ਅਗਰ ਮੂਡ ਸੈਡ ਹੈ, ਕਿਸੇ ਚੀਜ਼ ਦੇ ਵਿੱਚ ਇੰਟਰਸਟ ਨਹੀਂ ਹੈਗਾ, ਤਾਂ ਫਿਜ਼ੀਕਲੀ ਵੀ ਬੰਦਾ ਵੀਕ ਹੋਣਾ ਸ਼ੁਰੂ ਹੋ ਜਾਂਦਾ ਗਾ। ਉਹਦੇ ਮਸਲਸ ਵੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ, ਲੱਤਾਂ ਬਾਹਾਂ ਪੇਨ ਆਉਣੇ ਸ਼ੁਰੂ ਹੋ ਜਾਣਗੇ, ਕੋਈ ਗਰਦਨ ਦੁਖੂਗੀ, ਕਿਸੇ ਦੀ ਬੈਕ ਦੁਖਣ ਲੱਗ ਜਾਂਦੀ ਹੈਗੀ। ਇੱਦਾਂ ਦੇ ਲੱਛਣ ਵੀ ਆ ਸਕਦੇ ਨੇ। ਸਟੂਡੈਂਟਸ ਦੇ ਵਿੱਚ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੀ ਕੰਸਨਟ੍ਰੇਸ਼ਨ ਦੇ ਉੱਪਰ ਕਾਫੀ ਇਫੈਕਟ ਪੈਂਦਾ ਗਾ ਕਿ ਉਹਨਾਂ ਨੂੰ ਕੋਈ ਵੀ ਸਟੱਡੀ ਕਰਨੀ ਹੋਵੇ ਜਾਂ ਫਿਰ ਕੋਈ ਕਿਸੇ ਪ੍ਰੋਜੈਕਟ 'ਤੇ ਕੰਮ ਕਰਨਾ ਹੋਵੇ ਤਾਂ ਉਹ ਕੰਸਨਟ੍ਰੇਟ ਨਹੀਂ ਕਰ ਪਾਉਂਦੇ। ਉਹਨਾਂ ਦੀ ਨਜ਼ਰ, ਮਤਲਬ ਇਹ ਕਹਿ ਲਓ ਕਿ ਮਨ ਨਹੀਂ ਲੱਗਦਾ ਕੰਮ ਦੇ ਵਿੱਚ, ਚਿੱਤ ਨੂੰ ਇਕਾਗਰ ਕਰਕੇ ਨਹੀਂ ਉਹ ਆਪਣਾ ਕੰਮ ਕਰ ਸਕਦੇ, ਤਾਂ ਇਹ ਵੀ ਇੱਕ ਡਿਪਰੈਸ਼ਨ ਦਾ ਸਿੰਪਟਮ ਹੈ। ਕੰਸਨਟ੍ਰੇਸ਼ਨ ਦੇ ਵਿੱਚ ਦਿੱਕਤ ਆ ਰਹੀ ਹੈਗੀ ਤਾਂ ਫਿਰ ਇਹ ਧਿਆਨ ਦੇਣ ਵਾਲੀ ਗੱਲ ਹੈ। ਇਹਨਾਂ ਸਾਰੇ ਲੱਛਣਾਂ ਤੋਂ ਇਲਾਵਾ ਇੱਕ ਬਹੁਤ ਹੀ ਮੇਨ ਲੱਛਣ ਹੈ ਜਿਹਨੂੰ ਕਹਿ ਸਕਦੇ ਹਾਂ ਕਿ ਸਭ ਤੋਂ ਮਹੱਤਵਪੂਰਨ ਹੈ। ਉਹਦਾ ਮਹੱਤਵਪੂਰਨ ਹੋਣ ਦਾ ਰੀਜ਼ਨ ਇਹ ਹੈ ਕਿ ਅਗਰ ਉਹ ਲੱਛਣ ਤੁਹਾਡੇ ਵਿੱਚ ਆਉਂਦਾ ਹੈ ਤਾਂ ਮੈਂਟਲੀ ਜੋ ਇੰਬੈਲੈਂਸ ਚੱਲ ਰਿਹਾ ਹੈਗਾ, ਉਹਦੇ ਕਰਕੇ ਜੋ ਦਿੱਕਤ ਆ ਰਹੀ ਹੈਗੀ ਡਿਪਰੈਸ਼ਨ ਦੀ ਜਾਂ ਸਟ੍ਰੈਸ ਦੀ ਜਾਂ ਟੈਨਸ਼ਨ ਦੀ, ਉਹ ਤਾਂ ਆਉਂਦੀ ਹੈ, ਨਾਲ ਤੁਹਾਡੇ ਸਰੀਰ ਦੇ ਉੱਤੇ ਬਹੁਤ ਵੱਡਾ ਇਫੈਕਟ ਪੈਂਦਾ ਹੈਗਾ। ਉਹ ਲੱਛਣ ਕੀ ਹੈ? ਭੁੱਖ ਦਾ ਨਾ ਲੱਗਣਾ ਜਾਂ ਭੁੱਖ ਦਾ ਲੋੜ ਤੋਂ ਵੱਧ ਲੱਗਣਾ, ਸਰੀਰ ਦਾ ਵਜ਼ਨ ਜਾਂ ਬਹੁਤ ਸਾਰਾ ਇੱਕਦਮ ਘਟ ਜਾਣਾ ਜਾਂ ਬਹੁਤ ਜ਼ਿਆਦਾ ਇੱਕਦਮ ਹੀ ਵੱਧ ਜਾਣਾ। ਇਹ ਦੋਵੇਂ ਕੇਸਿਸ ਦੇ ਵਿੱਚ ਡਿਪਰੈਸ਼ਨ ਹੋ ਸਕਦਾ ਹੈ। ਅਗਰ ਤੁਹਾਡਾ weight ਇੱਕਦਮ ਬਹੁਤ ਜ਼ਿਆਦਾ ਘਟ ਰਿਹਾ ਜਾਂ ਇੱਕਦਮ ਬਹੁਤ ਜ਼ਿਆਦਾ ਵੱਧ ਰਿਹਾ ਤਾਂ ਇਹ ਡਿਪਰੈਸ਼ਨ ਦੇ ਲੱਛਣ ਹਨ। ਕਈ ਵਾਰੀ ਤਾਂ ਇਹ ਲੱਛਣ ਇੰਨੇ ਗੰਭੀਰ ਚਲੇ ਜਾਂਦੇ ਹਨ ਕਿ ਸੁਸਾਈਡ, ਆਤਮ ਹੱਤਿਆ ਤੱਕ ਦੇ ਖਿਆਲ ਬੰਦਿਆਂ ਦੇ ਦਿਮਾਗ 'ਚ ਆਉਂਦੇ ਨੇ, ਪੇਸ਼ੈਂਟਸ ਦੇ ਦਿਮਾਗ 'ਚ ਆਉਂਦੇ ਨੇ। ਮੈਂ ਇਸ ਟੌਪਿਕ ਦੇ ਉੱਤੇ ਗੱਲ ਕਿਉਂ ਕਰ ਰਿਹਾ ਕਿਉਂਕਿ ਮੇਰੇ ਕੋਲੇ ਪੇਨ ਨਾਲ ਰਿਲੇਟਡ ਬਹੁਤ ਸਾਰੇ ਇੱਦਾਂ ਦੇ ਪੇਸ਼ੈਂਟਸ ਆਉਂਦੇ ਸੀਗੇ ਜਿਨ੍ਹਾਂ ਦੀ ਹਿਸਟਰੀ ਡਿਪਰੈਸ਼ਨ ਹੁੰਦੀ ਸੀ। ਉਹਨਾਂ ਦੀਆਂ ਡਿਪਰੈਸ਼ਨ ਪਿਲਸ ਚੱਲ ਰਹੀਆਂ ਹੁੰਦੀਆਂ ਸੀ, ਐਂਟੀ ਡਿਪਰੈਸੈਂਟ ਚੱਲ ਰਹੇ ਹੁੰਦੇ ਸੀਗੇ, ਬਹੁਤ ਸਾਰੀਆਂ ਇੱਦਾਂ ਦੀਆਂ ਦਵਾਈਆਂ ਚੱਲ ਰਹੀਆਂ ਸਨ ਜਿਹੜੀਆਂ ਮਰੀਜ਼ ਨੂੰ ਬਸ ਸੁੰਨ ਕਰਕੇ ਪਾਈ ਰੱਖਦੀਆਂ ਸੀ, ਕੋਈ ਐਕਟੀਵਿਟੀ ਨਹੀਂ ਸੀ ਕਰਨ, ਬਾਡੀ ਲੈਥਾਰਜਿਕ ਹੋ ਜਾਂਦੀ ਸੀ। ਤਾਂ ਇਹਨਾਂ ਦੇ ਸਿਰਫ ਪੇਨ ਜੋ ਇਹਨਾਂ ਦਾ ਪ੍ਰਾਇਮਰੀ ਪ੍ਰੋਬਲਮ ਸੀ, ਪ੍ਰਾਇਮਰੀ ਪ੍ਰੋਬਲਮ ਨੂੰ ਸੋਲਵ ਕਰਨ ਦੀ ਨਾਲ ਇਹਨਾਂ ਦੇ ਡਿਪਰੈਸ਼ਨ 'ਤੇ ਵੀ ਮੈਂ ਕੰਮ ਕਰਿਆ ਤਾਂ ਕਾਫੀ ਅੱਛੇ ਰਿਜ਼ਲਟਸ ਦੇਖਣ ਨੂੰ ਮਿਲੇ ਮੈਨੂੰ। ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਕਿ ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਨਾਲ ਜੁੜੀਆਂ ਹੁੰਦੀਆਂ ਨੇ, ਬਾਡੀ ਦੇ ਅੰਦਰ ਜੋ ਵੀ ਚੱਲ ਰਿਹਾ ਹੁੰਦਾ, ਉਵੇਂ ਹੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਮੂਡ ਖਰਾਬ ਹੈਗਾ ਤਾਂ ਬੰਦਾ ਦੇ ਡੈਫੀਨੇਟਲੀ ਉਹਦੇ ਥੋਟ ਦਿਮਾਗ 'ਚ ਗਲਤ ਆਉਣਗੇ, ਨੈਗੇਟਿਵ ਥੋਟ ਆਉਣਗੇ, ਨੈਗੇਟਿਵ ਥੋਟਸ ਦੀ ਚੇਨ ਬਣ ਜਾਂਦੀ ਹੈਗੀ। ਚੰਗੀ ਤਰ੍ਹਾਂ ਭੁੱਖ ਨਹੀਂ ਲੱਗਦੀ, ਫਿਜ਼ੀਕਲ ਵੀਕਨੈਸ ਆਉਂਦੀ ਹੈਗੀ, ਜਾਂ ਫਿਰ ਕਈ ਵਾਰ ਓਵਰ ਕ੍ਰੇਵਿੰਗ ਹੋਣ ਲੱਗ ਜਾਂਦੀ ਹੈਗੀ। ਕਿਸੇ ਵੀ ਟਾਈਮ 'ਤੇ ਕੁਛ ਵੀ ਬੰਦਾ ਖਾਈ ਜਾਂਦਾ ਰਹਿੰਦਾ ਹੈਗਾ
ਤਾਂ ਇਹ ਚੀਜ਼ਾਂ ਤੁਹਾਡੀ ਬੋਡੀ ਤੇ ਇਫੈਕਟ ਪਾਉਂਦੀਆਂ ਨੇ। ਮੈਂਟਲੀ ਜੋ ਇਫੈਕਟ ਪੈਣਾ ਉਹ ਤਾਂ ਪੈਣਾ, ਪਲੱਸ ਫਿਜ਼ੀਕਲੀ ਜੋ ਤੁਹਾਡਾ ਡੈਮੇਜ ਹੋਣਾਗਾ, ਓਵਰਵੇਟ ਹੋ ਜਾਂਦੇ ਹੋ, ਇਨਸੂਲਿਨ ਰੈਜ਼ਿਸਟੈਂਟ ਹੋ ਜਾਂਦੇ ਹੋ, ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਥਾਇਰਾਇਡ, ਇਹ ਬਿਮਾਰੀਆਂ ਤਾਂ ਲਗਭਗ ਹਰ ਇੱਕ ਨੂੰ ਹੀ ਨੇ ਜਿਨ੍ਹਾਂ ਦੀ ਵੀ ਹਿਸਟਰੀ ਦੇ ਵਿੱਚ ਡਿਪਰੈਸ਼ਨ ਆਉਂਦਾ। ਗੱਲ ਕੁਛ ਨਹੀਂ, ਇਸ ਬਿਮਾਰੀ ਨੂੰ ਖਤਮ ਕਰਨਾ ਬਹੁਤ ਹੀ ਸੌਖਾ। ਥੋੜਾ ਜਿਹਾ ਜੇ ਸਰੀਰ ਦੇ ਆਪਾਂ ਮਕੈਨਿਜ਼ਮ ਨੂੰ ਸਮਝੀਏ ਕਿ ਇਹ ਕਿਵੇਂ ਕੰਮ ਕਰਦਾਗਾ, ਕਿਵੇਂ ਇਹ ਤੋਂ ਸਹੀ ਕੰਮ ਲੈਣਾਗਾ, ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਡਿਪਰੈਸ਼ਨ ਨੂੰ, ਟੈਨਸ਼ਨ ਨੂੰ, ਸਟ੍ਰੈਸ ਨੂੰ ਕੰਟਰੋਲ ਕਰ ਸਕਦੇ ਹਾਂ। ਜਿਵੇਂ ਇੱਕ ਸਧਾਰਨ ਜੀ ਐਗਜ਼ਾਮਪਲ ਲੈ ਲਈਏ ਆਪਾਂ, ਕੋਈ ਮੋਟਰਸਾਈਕਲ ਹੈ, ਮੋਟਰਸਾਈਕਲ ਦੇ ਵਿੱਚ ਪੈਟਰੋਲ ਪਾਵਾਂਗੇ ਤਾਂ ਉਹ ਚੱਲੂਗਾ, ਪੈਟਰੋਲ ਤੋਂ ਇਲਾਵਾ ਹੋਰ ਕੋਈ ਚੀਜ਼ ਪਾ ਦਾਂਗੇ, ਪਾਣੀ ਪਾ ਦਾਂਗੇ ਤਾਂ ਉਹਨੇ ਨਹੀਂ ਚੱਲਣਾ। ਤਾਂ ਉਸੇ ਤਰ੍ਹਾਂ ਹਿਊਮਨ ਬੋਡੀ ਜਿਸ ਚੀਜ਼ ਵਾਸਤੇ ਬਣੀ ਹੈ, ਅਗਰ ਉਹਨੂੰ ਉਹ ਚੀਜ਼ ਖਿਲਾਵਾਂਗੇ ਆਪਾਂ ਤਾਂ ਉਹ ਆਪਣਾ ਬੈਸਟ ਪਰਫਾਰਮ ਕਰੇਗੀ। ਅਗਰ ਆਪਾਂ ਉਸ ਚੀਜ਼ਾਂ ਤੋਂ ਹਟ ਕੇ ਕੋਈ ਹੋਰ ਚੀਜ਼ ਬੋਡੀ ਨੂੰ ਖਿਲਾਵਾਂਗੇ, ਢਿੱਡ ਦੇ ਵਿੱਚ ਪਾਵਾਂਗੇ, ਤਾਂ ਉਹ ਕਿਤੇ ਨਾ ਕਿਤੇ ਇਫੈਕਟ ਦਿੰਦੇ ਹੀ ਨੇ, ਭਾਵੇਂ ਉਹ ਸਾਈਕੋਲੋਜੀਕਲੀ ਤੁਹਾਨੂੰ ਇਫੈਕਟ ਕਰਨ ਜਾਂ ਫਿਰ ਫਿਜ਼ੀਕਲੀ ਤੁਹਾਨੂੰ ਇਫੈਕਟ ਕਰਨ, ਇਫੈਕਟ ਜ਼ਰੂਰ ਕਰਦੇ ਨੇ। ਹੁਣ ਤੱਕ ਪਹਿਲਾਂ ਜਿਹੜੇ ਸਿੰਪਟਮ ਮੈਂ ਦੱਸੇ ਨੇਗੇ ਕਿ ਮੂਡ ਖਰਾਬ ਹੋਣਾ, ਇੰਟਰਸਟ ਨਾ ਰਹਿਣਾ, ਕੰਸਨਟ੍ਰੇਸ਼ਨ ਬਹੁਤ ਜ਼ਿਆਦਾ ਵੀਕ ਹੋ ਜਾਣਾ ਬੋਡੀ, ਜਾਂ ਬਹੁਤ ਜ਼ਿਆਦਾ ਹੈਲਥੀ ਹੋ ਜਾਣਾ, ਅਗਰ ਇਹ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ ਕਈ ਹਫ਼ਤਿਆਂ ਤੋਂ, ਕਈ ਮਹੀਨਿਆਂ ਤੋਂ, ਤਾਂ ਡਿਪਰੈਸ਼ਨ ਹੋ ਸਕਦਾ ਹੈ। ਤੁਸੀਂ ਆਪਣੇ ਨੇੜੇ ਕਿਸੇ ਨਾ ਕਿਸੇ ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਨੂੰ ਕੰਸਲਟ ਕਰੋ, ਜਾਂ ਫਿਰ ਖੁਦ ਕੋਈ ਨਾ ਕੋਈ ਇਸ ਉੱਪਰ ਐਕਸ਼ਨ ਲਓ। ਹੁਣ ਆਪਾਂ ਗੱਲ ਕਰਦੇ ਹਾਂ ਕਿ ਡਿਪਰੈਸ਼ਨ ਇਹ ਹੁੰਦਾ ਕਿਉਂ ਆਗਾ। ਜਿਹੜੀਆਂ ਇਹ ਚੀਜ਼ਾਂ ਜੋ ਮੈਂ ਤੁਹਾਨੂੰ ਹੁਣ ਤੱਕ ਗੱਲਾਂ ਦੱਸੀਆਂ ਨੇਗੀਆਂ ਕਿ ਮੂਡ ਖਰਾਬ ਹੋਣਾ, ਕੰਸਨਟ੍ਰੇਸ਼ਨ ਨਾ ਹੋਣਾ, ਇਹ ਕਿਸ ਵਜ੍ਹਾ ਕਰਕੇ ਹੁੰਦੀਆਂ, ਕੀ ਕਾਰਨ ਹੈ ਇਹਨਾਂ ਦੇ ਪਿੱਛੇ? ਇਹਨਾਂ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ, ਪਰ ਜਿਹੜੇ ਦੋ ਮੇਜਰ ਕਾਰਨ ਨੇਗੇ, ਬਾਇਓਲੋਜੀਕਲ ਕਾਜ਼ ਤੇ ਸਾਈਕੋਲੋਜੀਕਲ ਕਾਜ਼। ਬਾਇਓਲੋਜੀਕਲ ਕਾਜ਼ ਦੇ ਵਿੱਚ ਕੀ ਹੁੰਦਾ, ਇਸ ਦੇ ਵਿੱਚ ਹੀ ਸਾਰੀ ਗੇਮ ਤੁਹਾਨੂੰ ਸਮਝ ਆ ਜਾਣੀ ਹੈ ਕਿ ਡਿਪਰੈਸ਼ਨ ਕੀ ਹੈ, ਕਿਵੇਂ ਇਹਨੇ ਕੰਮ ਕਰਨਾ, ਸਾਰੀ ਬੋਡੀ ਕਿਵੇਂ ਕੰਮ ਕਰਦੀ ਹੈ, ਬ੍ਰੇਨ ਨਾਲ ਕਨੈਕਸ਼ਨ ਕੀ ਹੈ ਤੇ ਇਹ ਕਿਵੇਂ ਫੰਕਸ਼ਨ ਕਰਦਾ। ਬਾਇਓਲੋਜੀਕਲ ਕਾਜ਼ਸ ਦੇ ਵਿੱਚ ਮੇਨਲੀ 3-4 ਕੈਮੀਕਲਸ ਦੇ ਨਾਮ ਆਉਂਦੇ ਨੇਗੇ, ਜਿਹੜੇ 3 ਮੇਜਰ ਕੈਮੀਕਲ ਨੇਗੇ, ਮੇਨ ਕੈਮੀਕਲ ਨੇ ਬ੍ਰੇਨ ਦੇ ਅੰਦਰ। ਉਹਨਾਂ ਦੇ ਵਿੱਚੋਂ ਇੱਕ ਹੈ ਡੋਪਾਮੀਨ, ਇੱਕ ਹੈ ਸੈਰੋਟੋਨਿਨ ਤੇ ਤੀਸਰਾ ਹੈ ਨੋਰਪੀਨੈਫਰੀਨ। ਇਹਨਾਂ ਤਿੰਨੇ ਕੈਮੀਕਲਸ ਦਾ ਕੁਛ ਨਾ ਕੁਛ ਫੰਕਸ਼ਨ ਹੁੰਦਾ ਹੈ ਬ੍ਰੇਨ ਦੇ ਅੰਦਰ। ਜਿਵੇਂ ਡੋਪਾਮੀਨ ਦਾ ਡਾਇਰੈਕਟ ਤੁਹਾਡੀ ਬੋਡੀ ਦੀ ਮੂਵਮੈਂਟਸ ਨਾਲ ਲਿੰਕ ਹੁੰਦਾ ਗਾ। ਅਗਰ ਡੋਪਾਮੀਨ ਕੈਮੀਕਲ ਵੱਧਦਾ ਹੈ ਲੋੜ ਤੋਂ ਜਾਂ ਲੋੜ ਤੋਂ ਘਟਦਾ ਗਾ ਤਾਂ ਤੁਹਾਡੀਆਂ ਉਹ ਮੂਵਮੈਂਟਸ ਇਫੈਕਟ ਕਰਦੇ ਆ। ਫੋਰ ਐਗਜ਼ਾਮਪਲ ਪਾਰਕਿੰਸਨ ਡਿਜ਼ੀਜ਼ ਦੇ ਪੇਸ਼ੈਂਟਸ ਮੇਰੇ ਕੋਲੇ ਆਉਂਦੇ ਨੇਗੇ। ਉਹਨਾਂ ਦਾ ਜਦੋਂ ਟ੍ਰੀਟਮੈਂਟ ਕਰਦੇ ਆਂਗੇ ਤਾਂ ਉਹਦੇ ਵਿੱਚ ਮੂਵਮੈਂਟਸ ਜ਼ਿਆਦਾ ਤੋਂ ਜ਼ਿਆਦਾ ਕਰਵਾਉਣਾ ਮੇਨ ਆਪਣਾ ਫੋਕਸ ਹੁੰਦਾ ਹੈ ਕਿ ਐਕਟੀਵਿਟੀ ਚੱਲਦੀ ਰਹੇ, ਬੋਡੀ ਰਿਜਿਡ ਨਾ ਹੋ ਜੇ, ਇੱਕਦਮ ਬੋਡੀ ਰੁਕ ਨਾ ਜਾਵੇ। ਉਹਦੇ ਵਿੱਚ ਹੁੰਦਾ ਕੀ ਐਕਚੁਅਲ ਦੇ ਵਿੱਚ ਡੋਪਾਮੀਨ ਇੰਬੈਲੈਂਸ ਹੋਇਆ ਹੁੰਦਾ। ਡੋਪਾਮੀਨ ਕੈਮੀਕਲ ਜਦੋਂ ਇੰਬੈਲੈਂਸ ਹੋ ਜਾਂਦਾ ਗਾ ਤਾਂ ਬੋਡੀ ਦੀਆਂ ਮੂਵਮੈਂਟਸ ਰੁਕ ਜਾਂਦੀਆਂ ਨੇ। ਭਾਵ ਅਗਰ ਕਿਸੇ ਦਾ ਡੋਪਾਮੀਨ ਬਹੁਤ ਜ਼ਿਆਦਾ ਘਟਿਆ ਹੋਇਆ ਗਾ ਤਾਂ ਉਹ ਬੰਦਾ ਚਾਹੂ ਕਿ ਮੈਂ ਆਪਣਾ ਹੱਥ ਉੱਪਰ ਚੱਕ ਲਾਂ, ਪਰ ਉਹ ਤੋਂ ਹੱਥ ਉੱਪਰ ਨਹੀਂ ਚੱਕਿਆ ਜਾਣਾ, ਕਿਉਂਕਿ ਤੁਹਾਡੇ ਬ੍ਰੇਨ ਨੇ ਕਨੈਕਸ਼ਨ ਹੀ ਨਹੀਂ ਦੇਣਾ ਤੁਹਾਡੇ ਹੱਥ ਨੂੰ ਕਿ ਉੱਪਰ ਉੱਠ। ਤਾਂ ਹੀ ਤੁਸੀਂ ਬਹੁਤ ਥਾਵਾਂ ਤੇ ਸੁਣਿਆ ਹੋਣਾ ਜਾਂ ਪੜ੍ਹਿਆ ਹੋਣਾ ਕਿ ਡੋਪਾਮੀਨ ਨੂੰ ਬੈਲੈਂਸ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਤੁਹਾਡਾ ਮੂਡ ਸਹੀ ਰਹੇ। ਤੇ ਡੋਪਾਮੀਨ ਨੂੰ ਬੈਲੈਂਸ ਕਰਨ ਵਾਸਤੇ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। ਇੱਦਾਂ ਦੀਆਂ ਗੱਲਾਂ ਤੁਸੀਂ ਬਹੁਤ ਸੁਣੀਆਂ ਹੋਣੀਆਂ। ਉਹਨਾਂ ਦਾ ਰੀਜ਼ਨ ਇਹੀ ਹੈ ਕਿ ਇਸ ਦਾ ਬੋਡੀ ਦੀ ਮੂਵਮੈਂਟ ਦੇ ਨਾਲ ਡਾਇਰੈਕਟ ਲਿੰਕ ਹੈ। ਇਵੇਂ ਹੀ ਦੂਸਰੇ 2 ਕੈਮੀਕਲਸ ਦਾ ਵੀ ਬੋਡੀ ਦੇ ਨਾਲ, ਬੋਡੀ ਦੇ ਕਿਸੇ ਨਾ ਕਿਸੇ ਫੰਕਸ਼ਨ ਦੇ ਨਾਲ ਲਿੰਕ ਹੈ। ਜਿਵੇਂ ਸੈਰੋਟੋਨਿਨ ਨੇ ਤੁਹਾਡੇ ਥਾਟਸ ਨੂੰ ਕੰਟਰੋਲ ਕਰਨਾ ਹੁੰਦਾ। ਅਗਰ ਇਹ ਵੱਧ ਘੱਟ ਹੁੰਦਾ ਹੈ, ਇੰਬੈਲੈਂਸ ਹੁੰਦਾ ਹੈ, ਤਾਂ ਤੁਹਾਡੇ ਥਾਟਸ ਤੁਹਾਡੇ ਕੰਟਰੋਲ 'ਚ ਨਹੀਂ ਰਹਿੰਦੇ। ਦੂਸਰੇ ਜੋ ਸਾਈਕੋਲੋਜੀਕਲ ਕਾਜ਼ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਇੱਦਾਂ ਦੀਆਂ ਇਨਸੀਡੈਂਟਸ ਆ ਜਾਂਦੀਆਂ ਜਿਹੜੀਆਂ ਤੁਹਾਡੇ ਬ੍ਰੇਨ ਦੇ ਉੱਤੇ ਇਫੈਕਟ ਪਾ ਜਾਂਦੀਆਂ। ਫੋਰ ਐਗਜ਼ਾਮਪਲ ਕੋਈ ਬੱਚਾ ਸਕੂਲ ਦੇ ਵਿੱਚ ਪੜ੍ਹ ਰਿਹਾ ਹੈ, ਉਹ ਆਪਦਾ ਜ਼ੋਰ ਲਾ ਰਿਹਾ ਪੂਰਾ ਕਿ ਮੈਂ ਪਾਸ ਹੋ ਜਾਂ, ਪਰ ਉਹਦੇ ਨੰਬਰ ਨਹੀਂ ਆਉਂਦੇ, ਉਹ ਫਿਰ ਫੇਲ ਹੋ ਜਾਂਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਹੁੰਦੀਆਂ ਨੇਗੀਆਂ, ਕਈ ਵਾਰ ਲੋ ਮੋਟੀਵੇਸ਼ਨ ਵਾਲੇ ਬੰਦੇ ਹੁੰਦੇ ਨੇਗੇ ਜਿਹੜੇ ਇਸ ਤਰ੍ਹਾਂ ਬਾਰ-ਬਾਰ ਇੱਦਾਂ ਹੋਣ ਤੋਂ ਬਾਅਦ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਆ, ਡਿਪਰੈਸਡ ਹੋ ਜਾਂਦੇ ਨੇਗੇ। ਇਹ ਆ ਸਾਈਕੋਲੋਜੀਕਲ ਕਾਜ਼। ਇਹਦੇ ਵਿੱਚ ਐਕਸਰਸਾਈਜ਼ ਵੀ ਕੰਮ ਕਰਦੀ ਹੈ, ਡਾਈਟ ਵੀ ਕੰਮ ਕਰਦੀ ਹੈ ਤੇ ਕਾਉਂਸਲਿੰਗ ਵੀ ਕੰਮ ਇਹਦੇ ਵਿੱਚ ਕਰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਡਿਪਰੈਸ਼ਨ ਨੂੰ ਟਰੀਟ ਕਿਵੇਂ ਕਰ ਸਕਦੇ ਹਾਂ। ਦੇਖੋ, ਟਰੀਟਮੈਂਟ ਇਹਦਾ ਜੋ ਮੈਂ ਹੁਣ ਤੱਕ ਤੁਹਾਨੂੰ ਇਹਦੇ ਕਾਰਨ ਦੱਸੇ ਨੇ, ਇਹਦੇ ਲੱਛਣ ਦੱਸੇ ਨੇ, ਸਿੰਪਟਮ ਦੱਸੇ ਨੇਗੇ, ਉਹਨਾਂ ਦੇ ਵਿੱਚ ਹੀ ਇਹਦਾ ਟਰੀਟਮੈਂਟ ਪਿਆ ਗਾ। ਕਿਵੇਂ ਆਪਾਂ ਟਰੀਟਮੈਂਟ ਕਰਨਾ? ਸਭ ਤੋਂ ਪਹਿਲਾਂ ਤਾਂ ਇੱਕ ਜੋ ਥੈਰੇਪੀ ਯੂਜ਼ ਕਰੀ ਜਾਂਦੀ ਹੈ ਸਾਈਕੈਟਰਿਸਟ ਵੱਲੋਂ, ਇਸ ਥੈਰੇਪੀ ਦੇ ਵਿੱਚ ਤੁਹਾਨੂੰ ਥਾਟਸ ਨੂੰ ਕੰਟਰੋਲ ਕਰਨਾ ਸਿਖਾਇਆ ਜਾਂਦਾ ਹੈ। ਉਹ ਕਿਵੇਂ ਹੁੰਦਾ, ਮੋਟਾ ਜਿਹਾ ਆਪਾਂ ਇਸ ਬਾਰੇ ਗੱਲ ਕਰ ਦਿਆਂਗੇ। ਜਿਵੇਂ ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਉਸ ਤੋਂ ਮੈਂ ਉਹਦੀ ਹਿਸਟਰੀ ਪੁੱਛੀ, ਉਹਨੂੰ ਸਾਈਕੋਲੋਜੀਕਲ ਕਾਜ਼ ਮੈਨੂੰ ਲੱਗਿਆ, ਫਾਈਂਡ ਹੋਇਆ ਉਹਦਾ ਕੇਸ ਕੀ ਸੀਗਾ ਕਿ ਉਹ ਲਾਇਬ੍ਰੇਰੀ ਵਿੱਚ ਬੈਠਾ ਪੜ੍ਹ ਰਿਹਾ ਸੀ। ਉਸ ਟਾਈਮ ਦੇ ਉੱਤੇ ਉਹਦਾ ਕੋਈ ਦੋਸਤ ਸਾਹਮਣੇ ਦੀ ਲੰਘਦਾ ਹੈ ਤੇ ਉਹ ਉਹਨੂੰ ਬੁਲਾਉਣ ਲਈ ਸਮਾਈਲ ਪਾਸ ਕਰਦਾ ਹੈ ਜਾਂ ਹੱਥ ਖੜਾ ਕਰਦਾ, ਪਰ ਉਹਦਾ ਦੋਸਤ ਹੈ ਜਿਹੜਾ ਉਹ ਵਾਪਸ ਉਹਨੂੰ ਰਿਪਲਾਈ ਨਹੀਂ ਕਰਦਾ। ਜਾਂ ਤਾਂ ਉਹਨੇ ਦੇਖਿਆ ਨਹੀਂ ਜਾਂ ਫਿਰ ਉਹਨੇ ਇਗਨੋਰ ਕੀਤਾ। ਤਾਂ ਜਦੋਂ ਇਹ ਇਨਸੀਡੈਂਟ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਜੋ ਬੰਦਾ ਜੋ ਮੇਰਾ ਕਲਾਇੰਟ ਸੀ, ਜੋ ਪੇਸ਼ੈਂਟ ਸੀ, ਉਸਨੇ ਜੋ ਉਹਦੇ ਦਿਮਾਗ ਦੇ ਵਿੱਚ ਥਾਟ ਆਇਆ ਤਾਂ ਉਹਦੇ ਦਿਮਾਗ ਦੇ ਵਿੱਚ ਪਹਿਲਾ ਥਾਟ ਆਇਆ ਸੀਗਾ ਕਿ ਉਹਨੇ ਮੈਨੂੰ ਇਗਨੋਰ ਕੀਤਾ। ਮਤਲਬ ਉਹ ਆਪਦੇ ਬਾਰੇ ਨੈਗੇਟਿਵ ਥਾਟ ਦਿਮਾਗ ਦੇ ਵਿੱਚ ਲੈ ਕੇ ਆਇਆ। ਉਸ ਦੇ ਨਾਲ ਹੀ ਨਾ ਅੱਗੇ ਇੱਕ ਚੇਨ ਬਣ ਜਾਂਦੀ ਹੈ ਕਿ ਥਾਟਸ ਦੀ
ਇੱਕ ਨੈਗੇਟਿਵ ਥਾਟ ਤੋਂ ਦੂਸਰਾ ਨੈਗੇਟਿਵ ਥਾਟ, ਫਿਰ ਤੀਸਰਾ, ਫਿਰ ਚੌਥਾ, ਇਦਾਂ ਕਰਦੇ ਕਰਦੇ ਇੱਕ ਸਰਕਲ ਰੈਡੀ ਹੋ ਜਾਂਦਾ। ਉਹਦੇ ਵਿੱਚ ਕਿਵੇਂ ਥਾਟ ਚੱਲਦੇ ਨੇਗੇ ਕਿ ਉਹਨੇ ਮੈਨੂੰ ਇਗਨੋਰ ਕਰਤਾ, ਮੇਰੀ ਕੋਈ ਵੈਲਿਊ ਹੈ ਨਹੀਂ, ਜਾਂ ਫਿਰ ਮੈਨੂੰ ਕੋਈ ਪਸੰਦ ਨਹੀਂ ਕਰਦਾ, ਇਦਾਂ ਦੇ ਥਾਟਸ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਆ। ਤੇ ਫਿਰ ਐਟ ਦੀ ਐਂਡ ਆ ਕੇ ਜਦੋਂ ਬਿਲਕੁਲ ਮਨ ਦੁਖੀ ਹੋ ਜਾਂਦਾ, ਉਦੋਂ ਗੱਲ ਖਤਮ ਹੋ ਜਾਂਦੀ ਹੈ ਤੇ ਨਾਲ ਹੀ ਪੜ੍ਹਾਈ ਛੁੱਟ ਜਾਂਦੀ ਹੈ। ਇਦਾਂ ਇੱਕ ਚੇਨ ਬਣ ਗਈ ਥਾਟਸ ਦੀ, ਨੈਗੇਟਿਵ ਥਾਟ ਦੀ ਚੇਨ ਬਣਦੀ ਐਟ ਦੀ ਐਂਡ ਹੋਇਆ ਕਿ ਉਹਦੀ ਪੜ੍ਹਾਈ ਛੁੱਟ ਗਈ, ਉਹ ਲਾਇਬ੍ਰੇਰੀ 'ਚ ਉੱਠ ਕੇ ਚਲਾ ਗਿਆ ਸੈਡ ਹੋ ਕੇ, ਮੂਡ ਖਰਾਬ ਕਰਕੇ। ਤਾਂ ਇਸ ਥੈਰੇਪੀ ਦੇ ਵਿੱਚ ਆਪਾਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਤੁਸੀਂ ਆਪਣੇ ਥਾਟਸ ਨੂੰ ਕਿਵੇਂ ਮੈਨੇਜ ਕਰਨਾ ਗਾ। ਮੈਨੇਜ ਤੋਂ ਭਾਵ ਇਹ ਕਿ ਕਿਹੜਾ ਥਾਟ ਤੁਹਾਡੇ ਲਈ ਸਹੀ ਹੈ, ਉਹਨੂੰ ਤੁਸੀਂ ਪ੍ਰੋਸੈਸ ਹੋਣ ਦੇਣਾ ਅੱਗੇ ਬ੍ਰੇਨ ਦੇ ਵਿੱਚ। ਕਿਹੜਾ ਥਾਟ ਤੁਹਾਡੇ ਲਈ ਨਹੀਂ ਸਹੀ ਹੈਗਾ, ਕਿਹੜੇ ਨੂੰ ਤੁਸੀਂ ਇਗਨੋਰ ਕਰਨਾ ਚਾਹੁੰਦੇ ਹੋ, ਕਿਹੜਾ ਥਾਟ ਤੁਹਾਨੂੰ ਤੰਗ ਕਰਦਾ ਗਾ, ਉਹ ਥਾਟ ਨੂੰ ਤੁਸੀਂ ਦਿਮਾਗ ਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੁੰਦੇ। ਤਾਂ ਇਸ ਦੀ ਪਹਿਚਾਣ ਕਰਨੀ ਇਸ ਥੈਰੇਪੀ ਦੇ ਵਿੱਚ ਸਿਖਾਈ ਜਾਂਦੀ ਹੈ। ਉਹਦਾ ਮੋਟਾ ਦੱਸਦਾ ਮੈਂ ਕਿ ਕੀ ਕਰਦੇ ਹੁੰਦੇ ਨੇ ਇਹਦੇ ਵਿੱਚ। ਜਿਵੇਂ ਦੱਸਿਆ ਜਾਂਦਾ ਹੈ ਕਿ ਅਗਰ ਤੁਹਾਨੂੰ ਕੋਈ ਵੀ ਥਾਟ ਆਉਂਦਾ, ਮੰਨ ਲਓ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਨੈਗੇਟਿਵ ਗੱਲ ਆਈ, ਤਾਂ ਉਹ ਨੈਗੇਟਿਵ ਗੱਲ ਨੂੰ ਤੁਸੀਂ 10 ਸੈਕਿੰਡ ਲਈ ਰੋਕ ਦੇਣਾ ਉੱਥੇ, ਕਿ ਤੁਸੀਂ ਅੱਗੇ ਨਹੀਂ ਸੋਚਣਾ ਉਸ ਤੋਂ। ਤੁਸੀਂ ਉਸੇ 10 ਸੈਕਿੰਡ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇਹ ਸੋਚ ਲੈਣਾ ਗਾ ਕਿ ਇਹ ਥਾਟ ਹੈ, ਅਗਰ ਇਹ ਅੱਗੇ ਸੋਚਿਆ ਜਾਊਗਾ ਇਹਦੇ ਬਾਰੇ, ਤਾਂ ਇਹਦੇ ਕੀ ਤੁਹਾਨੂੰ ਫਾਇਦੇ ਨੇ, ਕੀ ਤੁਹਾਨੂੰ ਨੁਕਸਾਨ ਨੇਗੇ। ਮਤਲਬ ਇਹ ਇਨਸਟੈਂਟ ਜੇ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਕਰਨ ਦੀ ਦਿੱਕਤ ਆਉਂਦੀ ਹੈ ਕਿ ਜਦੋਂ ਬੰਦਾ ਇਹ ਚੀਜ਼ ਸਿੱਖ ਜਾਂਦਾ ਗਾ, ਡੇ ਬਾਏ ਡੇ ਪ੍ਰੈਕਟਿਸ ਕਰਦਾ ਰਹਿੰਦਾ ਗਾ, ਤਾਂ ਬਹੁਤ ਈਜ਼ੀ ਹੋ ਜਾਂਦਾ। ਫਿਰ ਜਿਵੇਂ ਹੀ ਜਿਹੜਾ ਥਾਟ ਲੱਗਦਾ ਤੁਹਾਨੂੰ ਕਿ ਨੈਗੇਟਿਵ ਹੈ, ਗਲਤ ਆ ਰਿਹਾ ਗਾ ਥਾਟ, ਇਸ ਨਾਲ ਕੋਈ ਫਾਇਦਾ ਨਹੀਂ ਹੋਣਾ, ਤੁਹਾਡਾ ਨੁਕਸਾਨ ਹੀ ਹੋਊ, ਤਾਂ ਉਹ ਥਾਟ ਨੂੰ ਤੁਸੀਂ ਉੱਥੇ ਹੀ ਰੋਕ ਦਿਓ, ਉਹਦੇ ਬਾਰੇ ਭੁੱਲ ਜਾਓ। ਦੇਖੋ ਇੱਕ ਇਨਸਾਨੀ ਦਿਮਾਗ ਨਾ ਬਹੁਤ ਹੀ ਤਕੜੀ ਚੀਜ਼ ਹੈ, ਤਕੜੀ ਖੋਜ ਹੈ ਕੁਦਰਤ ਦੀ ਬਣਤਰ ਜੋ ਬਣਾਈ ਹੋਈ ਹੈਗੀ ਕੁਦਰਤ ਨੇ। ਇਹਦੇ ਵਿੱਚ ਪੂਰੇ ਦਿਨ ਦੇ ਵਿੱਚ ਬਹੁਤ ਸਾਰੇ ਥਾਟਸ ਆਉਂਦੇ ਨੇਗੇ, ਲੱਖਾਂ ਨਹੀਂ, ਚਲੋ ਹਜ਼ਾਰਾਂ ਕਹਿ ਲਓ, ਹਜ਼ਾਰਾਂ ਥਾਟ ਤੁਹਾਡੇ ਦਿਨ ਦੇ ਵਿੱਚ ਤੁਰੇ ਫਿਰਦੇ ਤੁਹਾਡੇ ਦਿਮਾਗ ਦੇ ਵਿੱਚ ਆਉਂਦੇ ਨੇਗੇ। ਜਦੋਂ ਆਪਾਂ ਕਿਤੇ ਵੀ ਤੁਰਦੇ ਫਿਰਦੇ ਆਂਗੇ, ਕਿਸੇ ਨੂੰ ਦੇਖ ਕੇ ਕੁਛ ਆ ਗਿਆ ਦਿਮਾਗ 'ਚ, ਕਿਸੇ ਨੂੰ ਦੇਖ ਕੇ ਕੁਛ ਆ ਗਿਆ ਦਿਮਾਗ ਦੇ ਵਿੱਚ, ਜਿੱਥੋਂ ਹੀ ਕਈ ਵਾਰ ਕਹਿੰਦੇ ਨੇ ਕਿ ਗਲਤ ਸੋਚ ਵੀ ਪੈਦਾ ਹੋ ਜਾਂਦੀ ਹੈਗੀ। ਤੇ ਇਹ ਚੀਜ਼ ਤੁਹਾਡੇ ਕੰਟਰੋਲ ਦੇ ਵਿੱਚ ਹੁੰਦੀ ਹੈ ਕਿ ਤੁਸੀਂ ਇਹਨੂੰ ਕਿਵੇਂ ਕੰਟਰੋਲ ਕਰਨਾ। ਤੁਸੀਂ ਤੁਰੇ ਫਿਰਦੇ ਹੋਗੇ ਕਿਤੇ, ਕਿਸੇ ਵੀ ਚੀਜ਼ ਨੂੰ ਦੇਖ ਕੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਥਾਟ ਆਇਆ, ਉਹ ਥਾਟ ਨੂੰ 10 ਸੈਕਿੰਡ ਲਈ ਰੋਕ ਕੇ ਤੁਸੀਂ ਪ੍ਰੋਸੈਸ ਕਰੋ ਥੋੜ੍ਹਾ ਜਿਹਾ, ਉਹਦੇ ਬਾਰੇ ਸੋਚੋ ਕਿ ਇਹਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਤੁਹਾਨੂੰ ਕੀ ਫਾਇਦੇ ਨੁਕਸਾਨ ਨੇ। ਜੇ ਆਮ ਸੁਸਾਇਟੀ ਨੂੰ, ਜੋ ਸਾਹਮਣੇ ਵਾਲਾ ਗਾ, ਜੋ ਆਸੇ-ਪਾਸੇ ਤੁਹਾਡੇ ਫਿਰ ਰਹੇ ਨੇ ਲੋਕ, ਉਹਨਾਂ ਨੂੰ ਇਸ ਦੇ ਕੀ ਫਾਇਦੇ ਨੁਕਸਾਨ ਨੇ। ਕਈ ਵਾਰ ਇਦਾਂ ਦੇ ਗਲਤ ਥਾਟ ਵੀ ਆ ਜਾਂਦੇ ਨੇ ਦਿਮਾਗ ਦੇ ਵਿੱਚ ਕਿ ਜਿਹਦੇ ਤੁਹਾਨੂੰ ਫਾਇਦੇ ਨੁਕਸਾਨ ਹੋਣ ਨਾ ਹੋਣ, ਆਮ ਜਨਤਾ ਨੂੰ, ਦੂਸਰੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਨੇ। ਇਸ ਤਰ੍ਹਾਂ ਦੇ ਥਾਟਸ ਨੂੰ ਤੁਸੀਂ ਪ੍ਰੋਸੈਸ ਕਰੋ ਇੱਕ ਵਾਰ। ਅਗਰ ਲੱਗਦਾ ਹੈ ਕਿ ਇਹ ਤੁਹਾਡੇ ਕੰਮ ਦਾ ਨਹੀਂ ਹੈਗਾ ਜਾਂ ਨੁਕਸਾਨ ਕਰੂਗਾ, ਤਾਂ ਇਸ ਥਾਟ ਨੂੰ ਨਾਲ ਦੀ ਨਾਲ ਤੁਸੀਂ ਇਗਨੋਰ ਕਰ ਦੇਣਾ, ਇਹਦੇ ਬਾਰੇ ਸੋਚਣਾ ਨਹੀਂ, ਕੋਈ ਵੀ ਹੋਰ ਚੀਜ਼ ਵੱਲ ਆਪਣਾ ਧਿਆਨ ਲਗਾ ਲੈਣਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹਦੇ ਕਾਰਨਾਂ ਦੇ ਵਿੱਚ, ਇਹਦੇ ਲੱਛਣਾਂ ਦੇ ਵਿੱਚ ਹੀ ਇਹਦਾ ਇਲਾਜ ਹੈਗਾ। ਉਹ ਇਲਾਜ ਦੇ ਵਿੱਚੋਂ ਇੱਕ ਪਾਰਟ ਤਾਂ ਸੀ ਆਪਣਾ ਬਿਹੇਵੀਅਰ ਥੈਰੇਪੀ ਦਾ। ਉਹ ਥੈਰੇਪੀ ਦਾ ਮੋਟਾ ਤੁਹਾਨੂੰ ਮੈਂ ਦੱਸਤਾ ਕਿ ਕਿਵੇਂ ਥਾਟਸ ਚੱਲਦੇ ਹੁੰਦੇ ਨੇ। ਥਾਟਸ ਨੂੰ ਤੁਸੀਂ ਸੋਚੋ ਕਿ ਇਸ ਥਾਟ ਨਾਲ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ। ਕਈ ਵਾਰ ਇੱਕੋ ਹੀ ਥਾਟ ਲਗਾਤਾਰ ਕਈ ਘੰਟੇ ਬੰਦਿਆਂ ਦੇ ਦਿਮਾਗ 'ਚ ਚੱਲਦਾ ਰਹਿੰਦਾ ਹੈਗਾ, ਤਾਂ ਐਡਾ ਕੋਈ ਕੰਮ ਹੁੰਦਾ ਨਹੀਂ ਗਾ ਉਸ ਥਾਟ ਦਾ, ਜਿੰਨਾ ਟਾਈਮ ਉਹ ਦਿਮਾਗ ਦੇ ਵਿੱਚ ਥਾਂ ਘੇਰ ਕੇ ਰੱਖਦਾ ਗਾ। ਅਗਲਾ ਕੰਮ ਇਸ ਦੇ ਵਿੱਚ ਆਪਾਂ ਕਰ ਸਕਦੇ ਹਾਂ, ਆਪਣੀ ਡਾਈਟ ਇੰਪਰੂਵ ਕਰਨਾ। ਗੁੱਡ ਫੈਟ ਵਾਲਾ ਭੋਜਨ ਬਹੁਤ ਜ਼ਿਆਦਾ ਜ਼ਰੂਰੀ ਆ ਅਗਰ ਤੁਸੀਂ ਆਪਣੇ ਬ੍ਰੇਨ ਹੈਲਥ ਨੂੰ ਨਾਰਮਲ ਰੱਖਣਾ ਚਾਹੁੰਦੇ ਹੋ, ਆਪਣੇ ਮੂਡ ਨੂੰ ਨਾਰਮਲ ਰੱਖਣਾ ਚਾਹੁੰਦੇ ਹੋ, ਕੈਮੀਕਲਸ ਨੂੰ ਬੈਲੈਂਸਡ ਰੱਖਣਾ ਚਾਹੁੰਦੇ ਹੋ, ਕੈਮੀਕਲ ਇੰਬੈਲੈਂਸ ਨਾ ਹੋਵੇ, ਤਾਂ ਗੁੱਡ ਫੈਟ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰਕੇ ਰੱਖੋ। ਦੇਸੀ ਘਿਓ ਹੋ ਗਏ, ਬਦਾਮ ਅਖਰੋਟ ਹੋ ਗਏ, ਚੀਆ ਸੀਡਸ ਹੋ ਗਏ, ਅਲਸੀ ਹੋ ਗਈ, ਐਕਸਟਰਾ ਵਰਜਨ ਓਲਿਵ ਆਇਲ ਹੋ ਗਿਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੁਛ ਨਾ 2-4 ਚੀਜ਼ਾਂ ਆਪਦੇ ਡੇ ਸ਼ਡਿਊਲ ਦੇ ਵਿੱਚ ਪ੍ਰੋਸੈਸਡ ਬਹੁਤ ਹੀ ਘੱਟ ਖਾਓ। ਇੱਕ ਜੋ ਬਹੁਤ ਹੀ ਜ਼ਰੂਰੀ ਚੀਜ਼ ਹੈ, ਜੋ ਤੁਹਾਡੇ ਬ੍ਰੇਨ ਨੂੰ ਡੈਮੇਜ ਕਰਦੀ ਹੈ, ਬ੍ਰੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਪੈਦਾ ਕਰ ਸਕਦੀ ਹੈ, ਕੋਈ ਵੀ ਕੈਮੀਕਲ ਉੱਤੇ ਥੱਲੇ ਕਰ ਸਕਦੀ ਹੈ, ਉਹ ਹੈ ਖੰਡ, ਸ਼ੂਗਰ। ਮਤਲਬ ਇਹ ਨਹੀਂ ਕਹਿੰਦਾ ਮੈਂ ਕਿ ਇਕੱਲੀ ਜਿਹੜੀ ਘਰਾਂ 'ਚ ਵਰਤੀ ਜਾਂਦੀ ਹੈ ਉਹੀ ਖੰਡ ਮਾੜੀ ਹੈਗੀ। ਜਿਹੜੀਆਂ ਆਪਾਂ ਕੁਲਫੀਆਂ, ਮਫਿਨਸ ਵਗੈਰਾ ਬਾਹਰੇ ਖਾਂਦੇ ਆਂਗੇ, ਇਹਨਾਂ ਦੇ ਵਿੱਚ ਵੀ ਉਹੀ ਸ਼ੂਗਰ ਯੂਜ਼ ਹੁੰਦੀ ਹੈਗੀ ਜਿਹੜੀ ਸ਼ੂਗਰ ਆਪਾਂ ਘਰਾਂ ਦੇ ਵਿੱਚ ਖਾਂਦੇ ਆਂਗੇ, ਚੀਨੀ ਜਿਹਨੂੰ ਕਹਿ ਦਿੰਦੇ ਆਂਗੇ। ਇਹ ਬ੍ਰੇਨ ਨੂੰ ਬਹੁਤ ਹੀ ਜ਼ਿਆਦਾ ਡੈਮੇਜ ਕਰਦੀ ਹੈ। ਜਿੰਨੀ ਸ਼ੂਗਰ ਇਨਟੇਕ ਜ਼ਿਆਦਾ ਹੋਊਗੀ, ਬ੍ਰੇਨ ਡੈਮੇਜ ਉਨਾ ਹੀ ਵੱਧ ਹੁੰਦਾ ਜਾਊਗਾ। ਅਗਰ ਕਈ ਸਾਲ ਲਗਾਤਾਰ ਇੱਦਾਂ ਹੀ ਸ਼ਡਿਊਲ ਚੱਲਦਾ ਰਹਿੰਦਾ, ਇੱਦਾਂ ਹੀ ਈਟਿੰਗ ਸਟਾਈਲ ਚੱਲਦਾ ਰਹਿੰਦਾ, ਤਾਂ ਇੱਕ ਟਾਈਮ ਦੇ ਉੱਤੇ ਆ ਕੇ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਹੀ ਆਉਂਦੀਆਂ ਨੇ। ਤਾਂ ਕੋਸ਼ਿਸ਼ ਕਰੋ ਕਿ ਜੋ ਸ਼ੂਗਰ ਹੈ ਉਹਨੂੰ ਤੁਸੀਂ ਡਾਈਟ ਦੇ ਵਿੱਚ ਆਪਣਾ ਕੱਟ ਕਰਕੇ ਰੱਖੋ। ਨੈਚੁਰਲ ਮਿੱਠਾ ਜਿੰਨਾ ਮਰਜ਼ੀ ਖਾਓ, ਉਹਦਾ ਕੋਈ ਚੱਕਰ ਨਹੀਂ ਹੁੰਦਾ। ਜਿਹਦੇ ਵਿੱਚ ਸਟੀਵੀਆ ਆ ਜਾਂਦਾ, ਧਾਗੇ ਵਾਲੀ ਮਿਸ਼ਰੀ ਆ ਜਾਂਦੀ ਹੈ, ਸ਼ੱਕਰ ਆ ਜਾਂਦਾ, ਗੁੜ ਆ ਜਾਂਦੀ ਹੈ, ਇੱਦਾਂ ਦੀਆਂ ਮਿੱਠੀਆਂ ਚੀਜ਼ਾਂ ਆ ਜਾਂਦੀਆਂ ਨੇ, ਤਾਂ ਉਹ ਚੀਜ਼ਾਂ ਜਿੰਨੀਆਂ ਵੀ ਖਾ ਸਕਦੇ ਹੋ, ਕੋਈ ਚੱਕਰ ਨਹੀਂ। ਪਰ ਜੋ ਆਰਟੀਫਿਸ਼ੀਅਲ ਮਿੱਠਾ, ਆਰਟੀਫਿਸ਼ੀਅਲ ਸ਼ੂਗਰ, ਆਰਟੀਫਿਸ਼ੀਅਲ ਫਲੇਵਰਸ ਨੇਗੇ,
ਇਹਨਾਂ ਤੋਂ ਥੋੜਾ ਬਚ ਕੇ ਰਹੋ, ਇਹ ਬ੍ਰੇਨ ਨੂੰ ਬਹੁਤ ਜ਼ਿਆਦਾ ਡੈਮੇਜ ਕਰਦੇ ਨੇ। ਨਾਲ ਨਾਲ ਥੋੜੀ ਐਕਸਰਸਾਈਜ਼ ਵੀ ਸ਼ੁਰੂ ਕਰੋ। ਐਕਸਰਸਾਈਜ਼ ਮੈਂ ਇਦਾਂ ਨਹੀਂ ਕਹਿੰਦਾ ਕਿ ਜਿਮ ਜਾਓ ਜਾਂ ਜਿਮ ਦੇ ਵਿੱਚ 2-4 ਘੰਟੇ ਤੁਸੀਂ ਸਪੈਂਡ ਕਰਕੇ ਆਓ। ਤੁਸੀਂ ਲਾਈਟ ਐਕਸਰਸਾਈਜ਼ ਕਰ ਸਕਦੇ ਹੋਗੇ, ਜਿਹਦੇ ਵਿੱਚ ਆ ਜਾਂਦੀ ਹੈਗੀ ਤੁਹਾਡੀ ਸਭ ਤੋਂ ਪਹਿਲੀ ਵਾਕਿੰਗ। ਵਾਕਿੰਗ ਤੁਸੀਂ ਕਿਸ ਟਾਈਮ ਤੇ ਕਰਨੀ ਹੈ ਕਿ ਤੁਹਾਨੂੰ ਸਭ ਤੋਂ ਵੱਧ ਬੈਨੀਫਿਟ ਹੋਵੇ। ਵੈਸੇ ਤਾਂ ਵਾਕਿੰਗ ਦੇ ਬੈਨੀਫਿਟ ਹੀ ਬੈਨੀਫਿਟ ਨੇ ਅਗਰ ਪੂਰੇ ਦਿਨ ਦੇ ਵਿੱਚ ਕਦੋਂ ਵੀ ਕੀਤਾ ਜਾਵੇ, ਪਰ ਜੋ ਸਭ ਤੋਂ ਵੱਧ ਬੈਨੀਫਿਟ ਡਿਪਰੈਸ਼ਨ ਵਾਲੇ ਪੇਸ਼ੈਂਟ ਨੂੰ ਕਰਨਾ ਵਾਕਿੰਗ ਨੇ, ਉਹ ਕਰਨਾ ਹੈ ਸਵੇਰ ਦੇ ਟਾਈਮ, ਜਿਸ ਟਾਈਮ ਸਨਰਾਈਜ਼ ਹੋ ਰਿਹਾ ਹੁੰਦਾ ਉਸ ਟਾਈਮ ਦੀ ਵਾਕ ਨੇ। ਅਗਰ ਉਸ ਟਾਈਮ ਤੇ ਤੁਸੀਂ ਉੱਠ ਕੇ ਵਾਕ ਕਰ ਲੈਂਦੇ ਹੋਗੇ ਤਾਂ ਤੁਹਾਡਾ ਉਹ ਡੋਪਾਮਾਈਨ ਨੂੰ ਨਾਰਮਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਗਾ। ਤੁਹਾਨੂੰ ਕੋਈ ਆਰਟੀਫਿਸ਼ੀਅਲੀ ਟੈਬਲੇਟ ਵਗੈਰਾ ਨਹੀਂ ਲੈਣੀ ਪੈਂਦੀ ਕਿ ਡੋਪਾਮਾਈਨ ਨੂੰ ਆਪਾਂ ਨਾਰਮਲ ਕਰੀਏ। ਉਸ ਟਾਈਮ ਦੇ ਉੱਤੇ ਵਾਕ ਕਰੀ ਹੋਈ ਸਨਰਾਈਜ਼ ਹੁੰਦਾ ਦੇਖਦੇ ਹੋਗੇ ਜਦੋਂ, ਉਸ ਚੀਜ਼ ਨੇ ਹੀ ਤੁਹਾਡਾ ਡੋਪਾਮਾਈਨ ਬੈਲੈਂਸ ਕਰ ਦੇਣਾ ਗਾ, ਤੁਹਾਡੇ ਸਲੀਪ ਹਾਰਮੋਨਸ ਨੂੰ ਵੀ ਸੈੱਟ ਕਰ ਦੇਣਾ, ਨੀਂਦ ਵੀ ਬਿਲਕੁਲ ਸਹੀ ਆਉਣ ਲੱਗ ਜਾਣੀ ਹੈ। ਨੀਂਦ ਦੀ ਕਾਫੀ ਸਮੱਸਿਆ ਆਉਂਦੀ ਹੈ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਹੈ ਕਿ ਨੀਂਦ ਨਹੀਂ ਸਹੀ ਆਉਂਦੀ, ਜਾਂ ਤਾਂ ਲੋੜ ਤੋਂ ਵੱਧ ਆਉਂਦੀ ਹੈ, ਲੋੜ ਤੋਂ ਘੱਟ ਆਉਂਦੀ ਹੈ, ਜਾਂ ਇਰੈਗੂਲਰ ਟਾਈਮ ਤੇ ਆਉਂਦੀ ਹੈ, ਕਦੇ ਕਿਸੇ ਟਾਈਮ ਸੌਂ ਗਿਆ, ਕਦੇ ਕਿਸੇ ਟਾਈਮ ਹੋ ਗਿਆ। ਪੂਰੇ ਦਿਨ ਦੇ ਵਿੱਚ ਬੰਦਾ ਥੱਕਿਆ ਜਿਹਾ ਵੀ ਰਹਿੰਦਾ ਗਾ, ਤਾਂ ਇਹ ਵੀ ਡਿਪਰੈਸ਼ਨ ਦੇ ਸਿੰਪਟਮ ਹੁੰਦੇ ਨੇਗੇ। ਤਾਂ ਇਹਨਾਂ ਨੂੰ ਦੂਰ ਕਰਨ ਵਾਸਤੇ ਤੁਸੀਂ ਨੀਂਦ ਵਾਲਾ ਜਿਹੜਾ ਹਾਰਮੋਨ ਹੁੰਦਾ ਗਾ ਆਪਣਾ ਮੈਲਾਟੋਨਿਨ ਹਾਰਮੋਨ, ਉਹਨੂੰ ਆਪਾਂ ਸਹੀ ਫੰਕਸ਼ਨ ਕਰਨ ਲਾਵਾਂਗੇ ਕਿ ਰਾਤ ਦੇ ਟਾਈਮ ਸਹੀ ਨੀਂਦ ਆਵੇ, ਸਹੀ ਟਾਈਮ ਤੇ ਨੀਂਦ ਆਵੇ ਤੇ ਸਵੇਰੇ ਸਹੀ ਟਾਈਮ ਦੇ ਉੱਤੇ ਅੱਖ ਖੁੱਲੇ। ਮੈਲਾਟੋਨਿਨ ਹਾਰਮੋਨ ਤੋਂ ਕੰਮ ਸਹੀ ਕਰਵਾਉਣ ਵਾਸਤੇ ਸਭ ਤੋਂ ਪਹਿਲਾਂ ਜਿਵੇਂ ਹੁਣੇ ਮੈਂ ਤੁਹਾਨੂੰ ਦੱਸਿਆ ਕਿ ਸਨਰਾਈਜ਼ ਹੁੰਦਾ ਦੇਖੋ ਤੇ ਉਸ ਟਾਈਮ ਦੇ ਉੱਤੇ ਵਾਕ ਕਰੋ। ਉਸ ਟਾਈਮ ਦੇ ਉੱਤੇ ਕੀਤੀ ਹੋਈ ਵਾਕ ਤੁਹਾਡੀ ਉਦੋਂ ਹੀ ਮੈਲਾਟੋਨਿਨ ਨੂੰ ਸੈੱਟ ਕਰ ਦਿੰਦੀ ਹੈ ਕਿ ਹੁਣ ਤੋਂ 8-10-12 ਘੰਟਿਆਂ ਬਾਅਦ ਤੁਸੀਂ ਨੀਂਦ ਦੇ ਵਿੱਚ ਚਲੇ ਜਾਣਾ, ਮਤਲਬ ਤੁਸੀਂ ਸੌਂ ਜਾਣਾਗਾ। ਉਸ ਟਾਈਮ ਤੇ ਮਾਰਨਿੰਗ ਉੱਠਣ ਵੇਲੇ ਹੀ ਤੁਹਾਡਾ ਸੌਣ ਦਾ ਟਾਈਮ ਫਿਕਸ ਹੋ ਜਾਂਦਾ ਅਗਰ ਤੁਸੀਂ ਉਸ ਟਾਈਮ ਦੇ ਉੱਤੇ ਵਾਕ ਕਰਦੇ ਹੋ, ਸਨਰਾਈਜ਼ ਦੇਖਦੇ ਹੋਗੇ। ਜੇ ਉਸ ਟਾਈਮ ਦੇ ਉੱਤੇ ਤੁਸੀਂ ਫੋਨ ਦੀ ਸਕਰੀਨ ਦੇਖਦੇ ਹੋ, ਮਤਲਬ ਸਿੱਧੇ ਸੁੱਤੇ ਉੱਠੇ ਫੋਨ ਦੀ ਸਕਰੀਨ ਦੇਖੀ, ਜਾਂ ਫਿਰ ਪਹਿਲਾਂ ਵੈਸੇ ਕੋਈ ਲੈਪਟਾਪ ਵਗੈਰਾ ਖੋਲ੍ਹ ਲਿਆ, ਸਕਰੋਲਿੰਗ ਕਰ ਲਈ, ਇਦਾਂ ਦਾ ਕੁਝ ਕਰਦੇ ਹੋਗੇ ਤਾਂ ਇਸ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੋਣਾ ਤੁਹਾਨੂੰ। ਸਕਰੀਨ ਨਾਲੋਂ ਕੱਟ ਕਰਕੇ ਨੈਚੁਰਲ ਨੇਚਰ ਦੇ ਨਾਲ ਜੁੜ ਕੇ ਤੁਸੀਂ ਫੇਰ ਡਿਪਰੈਸ਼ਨ ਨੂੰ ਖਤਮ ਕਰ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਫੋਨ ਤੇ ਸਿਰਫ ਸਕਰੋਲ ਕਰਕੇ ਦੇਖੀ ਜਾਓਗੇ ਕਿ ਡਿਪਰੈਸ਼ਨ ਦਾ ਕੀ ਹੱਲ ਹੈ, ਇਹਨੂੰ ਕਿਵੇਂ ਠੀਕ ਕਰ ਸਕਦੇ ਹਾਂ, ਤਾਂ ਕੋਈ ਹੱਲ ਨਹੀਂ ਹੋਣ ਲੱਗਿਆ ਇਹਦਾ ਜਦ ਤੱਕ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ। ਹਾਂ, ਹੁਣ ਤੁਸੀਂ ਜਾਣ ਚੁੱਕੇ ਹੋ ਕਿ ਡਿਪਰੈਸ਼ਨ ਲਈ ਤੁਸੀਂ ਐਕਸਰਸਾਈਜ਼ ਕੀ ਕਰਨੀਆਂ ਨੇਗੀਆਂ। ਵਾਕਿੰਗ ਹੋ ਗਈ, ਸਾਈਕਲਿੰਗ ਹੋ ਗਈ, ਸਵੇਰੇ ਹੋ ਗਏ ਸਨਰਾਈਜ਼ ਦੇ ਟਾਈਮ ਜਾਂ ਸ਼ਾਮ ਨੂੰ ਸਨਸੈਟ ਦੇ ਟਾਈਮ ਕਰ ਲਓ। ਬ੍ਰੇਨ ਦੇ ਕੈਮੀਕਲਸ ਦੀ ਐਕਟੀਵਿਟੀ ਦਾ ਡਾਇਰੈਕਟ ਲਿੰਕ ਹੈ ਬਾਡੀ ਦੀ ਮੂਵਮੈਂਟਸ ਦੇ ਨਾਲ। ਅਗਰ ਤੁਹਾਡੀਆਂ ਬਾਡੀ ਦੀਆਂ ਮੂਵਮੈਂਟਸ ਹੋਣਗੀਆਂ ਫਿਰ ਹੀ ਤੁਹਾਡਾ ਬ੍ਰੇਨ ਨਾਰਮਲ ਫੰਕਸ਼ਨ ਕਰੂਗਾ, ਬ੍ਰੇਨ ਦੇ ਕੈਮੀਕਲਸ ਨਾਰਮਲ ਫੰਕਸ਼ਨ ਕਰਨਗੇ। ਜੇ ਤੁਹਾਡੀ ਬਾਡੀ ਦੀ ਐਕਟੀਵਿਟੀ ਸਹੀ ਨਹੀਂ ਹੈਗੀ, ਐਕਟੀਵਿਟੀ ਘੱਟ ਹੈਗੀ ਜਾਂ ਲੋੜ ਤੋਂ ਹੀ ਬਹੁਤ ਜ਼ਿਆਦਾ ਹੈਗੀ, ਤਾਂ ਤੁਹਾਡਾ ਬ੍ਰੇਨ ਸਹੀ ਸਾਥ ਨਹੀਂ ਦਿੰਦਾ। ਇਹਦੇ ਵਿੱਚ ਬਹੁਤ ਜ਼ਰੂਰੀ ਰੋਲ ਪਲੇ ਕਰਦੀ ਹੈਗੀ। ਸਹੀ ਤਰੀਕੇ ਦੀ ਨੀਂਦ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਕੋਸ਼ਿਸ਼ ਕਰੋ ਕਿ ਜਿਸ ਟਾਈਮ ਤੇ ਸੌਂਦੇ ਹੁੰਦੇ ਹੋਗੇ ਉਸ ਟਾਈਮ ਦੇ ਉੱਤੇ ਸਕਰੀਨਾਂ ਪਾਸੇ ਰੱਖ ਕੇ ਸੌਂਇਆ ਕਰੋ, ਫੋਨ ਨਹੀਂ ਦੇਖ ਕੇ ਸੌਣਾ। ਸ਼ਾਮ ਨੂੰ ਰੋਟੀ ਵਗੈਰਾ ਖਾ ਕੇ ਉਸ ਤੋਂ ਬਾਅਦ ਅੱਧਾ ਘੰਟਾ ਪੌਣਾ ਘੰਟਾ ਵਾਕ ਕਰੋ। ਉਸ ਟਾਈਮ ਦੇ ਉੱਤੇ ਸਿਰਫ ਵਾਕ ਕਰੋ, ਗੱਲਾਂ ਬਾਤਾਂ ਵੀ ਨਾ ਕਰੋ, ਕੋਈ ਫੋਨ ਵੀ ਨਾ ਸੁਣੋ। ਪੌਣਾ ਘੰਟਾ 50 ਮਿੰਟ 60 ਮਿੰਟ ਵਾਕ ਕਰਨ ਤੋਂ ਬਾਅਦ ਜਦੋਂ ਤੁਹਾਡਾ ਸਰੀਰ ਥੋੜਾ ਥੱਕ ਜਾਂਦਾ ਗਾ, ਕੋਈ ਆ ਕੇ ਘਰੇ ਕਿਤਾਬ ਪੜ੍ਹ ਲਓ। ਕੋਈ ਨਾ ਕੋਈ ਕਿਤਾਬ ਪੜ੍ਹਦੇ ਤੁਹਾਨੂੰ ਅੱਧਾ ਪੌਣਾ ਘੰਟਾ ਇੱਦਾਂ ਲੰਘ ਜਾਣਾ, ਰੋਟੀ ਖਾਧਿਆਂ ਨੂੰ ਤੁਹਾਨੂੰ 2-2.5 ਘੰਟੇ ਹੋ ਜਾਣਗੇ। ਤਾਂ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਸੌਣਾ ਗਾ। ਤੁਸੀਂ ਵਿੱਚ ਦੀ ਆਪਣਾ ਫੋਨ ਤੇ ਸਕਰੋਲਿੰਗ ਜਾਂ ਕੋਈ ਟੀਵੀ ਜਾਂ ਕੋਈ LCD ਕੁਛ ਨਹੀਂ ਇੱਦਾਂ ਦਾ, ਲੈਪਟਾਪ ਵਗੈਰਾ ਤੇ ਕੋਈ ਕੰਮ ਨਹੀਂ ਕਰਨਾ। ਸਲੀਪ ਸਹੀ ਹੋ ਗਈ, ਖਾਣਾ ਪੀਣਾ ਠੀਕ ਹੋ ਗਿਆ, ਫਿਜ਼ੀਕਲ ਐਕਟੀਵਿਟੀ ਸਹੀ ਹੋ ਗਈ, ਤਾਂ ਤੁਸੀਂ 101% ਆਪਣੇ ਡਿਪਰੈਸ਼ਨ ਨੂੰ ਕਿਉਰ ਕਰ ਸਕਦੇ ਹੋ। ਤੁਹਾਨੂੰ ਕਿਸੇ ਵੀ ਮੈਡੀਸਨ ਦੀ ਜਾਂ ਕਿਸੇ ਵੀ ਥੈਰੇਪੀ ਦੀ ਲੋੜ ਨਹੀਂ। ਅਗਰ ਤੁਸੀਂ ਪਹਿਲੀ ਸਟੇਜ ਦੇ ਵਿੱਚ ਹੀ ਹੋ ਡਿਪਰੈਸ਼ਨ ਦੇ, ਤੁਹਾਨੂੰ ਕੋਈ ਗੋਲੀਆਂ ਖਾਣ ਦੀ ਲੋੜ ਨਹੀਂ। ਜੇ ਤੁਸੀਂ ਪਹਿਲੀ ਸਟੇਜ ਦੇ ਵਿੱਚ ਹੀ ਹੋ ਡਿਪਰੈਸ਼ਨ ਦੇ, ਤਾਂ ਤੁਸੀਂ ਇਹ ਸਭ ਕੁਝ ਕਰਕੇ ਆਪਣੇ ਡਿਪਰੈਸ਼ਨ ਨੂੰ ਮੈਨੇਜ ਕਰ ਸਕਦੇ ਹੋ ਬੜੀ ਹੀ ਆਸਾਨੀ ਦੇ ਨਾਲ। ਕਰਨਾ ਕੀ ਹੈ, ਸਹੀ ਖਾਣਾ ਪੀਣਾ ਹੈ, ਸਹੀ ਹਿਲਣਾ ਜੁਲਣਾ ਤੇ ਸਹੀ ਟਾਈਮ ਤੇ ਸੌਣਾ। ਬਾਕੀ ਹੋਰ ਕਿਸੇ ਟੌਪਿਕ ਤੇ ਜਾਣਕਾਰੀ ਵਾਸਤੇ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਕਿ ਕਿਹੜੇ ਟੌਪਿਕ ਦੇ ਉੱਤੇ ਤੁਹਾਨੂੰ ਵੀਡੀਓ ਚਾਹੀਦੀ ਹੈਗੀ, ਤਾਂ ਮੈਂ ਉਸ ਟੌਪਿਕ ਦੇ ਉੱਤੇ ਤੁਹਾਨੂੰ ਵੀਡੀਓ ਐਕਸਰਸਾਈਜ਼ਸ ਵਗੈਰਾ ਜਿਵੇਂ ਵੀ ਹੋਣਗੀਆਂ ਉਵੇਂ ਗਾਈਡ ਕਰਦਾ ਰਹੂੰਗਾ। ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿਣ।